हाँ जी स्टूडेंट्स, अज आप पढ़ांगे भूगोल का 7वां लैसन कुदरती बनस्पति ਅਤੇ जंगली जीव। ਕਿਸੇ ਸਥਾਨਾਂ ਦੀ ਕੁਦਰਤੀ ਬਨਸਪਤੀ ਤੋਂ ਭਾਵ ਉਹਨਾਂ ਜੜੀ ਬੂਟੀਆਂ ਅਤੇ ਬੇਲ ਬੂਟਿਆਂ ਅਤੇ ਰੁੱਖਾਂ ਤੋਂ ਹੈ ਜਿਹੜੇ ਆਪਣੇ ਆਪ ਮਨੁੱਖ ਦੀ ਕੋਸ਼ਿਸ਼ ਤੋਂ ਬਿਨਾਂ ਉੱਗ ਜਾਂਦੇ ਹਨ। ਕੁਦਰਤੀ ਬਨਸਪਤੀ ਉਹ ਆ ਜਿਹਨੂੰ ਉਗਾਉਣ ਦੇ ਵਿੱਚ ਮਨੁੱਖ ਕੋਈ ਵੀ ਸਹਾਇਤਾ ਨਹੀਂ ਕਰਦਾ ਤੇ ਉਹ ਬਿਨਾਂ ਮਨੁੱਖ ਦੀ ਸਹਾਇਤਾ ਤੋਂ ਆਪਣੇ ਆਪ ਹੀ ਉੱਗ ਜਾਂਦੇ ਹਨ। ਕੁਦਰਤੀ ਬਨਸਪਤੀ ਕਿਸੇ ਥਾਂ ਦੇ ਧਰਾਤਲ, ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਕੁੱਲ ਮਿਲਾ ਕੇ ਪ੍ਰਭਾਵ ਨੂੰ ਦਰਸਾਉਂਦਾ ਹੈ। ਕੁਦਰਤੀ ਬਨਸਪਤੀ ਮਨੁੱਖਾਂ ਲਈ ਅਮੁੱਲਾ ਸਾਧਨ ਹੈ। ਇਸ ਤੋਂ ਕਈ ਪ੍ਰਕਾਰ ਦੀ ਲੱਕੜੀ ਤੋਂ ਇਲਾਵਾ ਬਾਂਸ, ਕਾਗਜ਼ ਬਣਾਉਣ ਲਈ ਘਾਹ, ਗੂੰਦ, ਗੱਦਾ ਬਰੋਜਾ, ਤਾਰਪਿਨ, ਲਾਖ, ਚਮੜਾ, ਰੰਗਾਂ ਲਈ ਛਿਲਕਾ, ਦਵਾਈਆਂ ਲਈ ਜੜੀ ਬੂਟੀਆਂ ਆਦਿ ਵਸਤੂਆਂ ਪ੍ਰਾਪਤ ਹੁੰਦੀਆਂ ਹਨ। ਜੰਗਲਾਂ ਦੀ ਲੱਕੜੀ 'ਤੇ ਕਈ ਉਦਯੋਗ ਨਿਰਭਰ ਕਰਦੇ ਹਨ। ਇਮਾਰਤੀ ਲੱਕੜਾਂ ਤੋਂ ਇਲਾਵਾ ਇਹ ਫਰਨੀਚਰ, ਖੇਡਾਂ ਦਾ ਸਮਾਨ, ਸਾਗਰੀ ਬੇੜੇ, ਰੇਲ ਦੇ ਡੱਬੇ ਅਤੇ ਸਲੀਪਰ, ਕਾਰਬਨ ਪਲਾਈਵੁੱਡ, ਸਮਾਨ ਪੈਕ ਕਰਨ ਵਾਲੀਆਂ ਪੇਟੀਆਂ ਆਦਿ ਹੋਰ ਕਈ ਵਸਤੂਆਂ ਬਣਾਉਣ ਦੇ ਲਈ ਵਰਤੋਂ ਵਿੱਚ ਆਉਂਦੀ ਹੈ। ਵਣ ਅਸਿੱਧੇ ਤੌਰ 'ਤੇ ਸਾਡੀ ਸਹਾਇਤਾ ਕਰਦੇ ਹਨ। ਵਣਾਂ ਵਿੱਚ ਉੱਘਾ ਹਿੱਸਾ ਪਾਉਂਦਾ ਹੈ, ਜਿਵੇਂ ਰੁੱਖ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ। ਜਿਹੜੇ ਵਣ ਨੇ ਸਿੱਧੇ ਤੌਰ 'ਤੇ ਨਹੀਂ, ਅਸਿੱਧੇ ਤੌਰ 'ਤੇ ਸਾਡੀ ਸਹਾਇਤਾ ਕਰਦੇ ਆ। ਜਿਵੇਂ ਉਹ ਸਾਡੇ ਤੋਂ ਕਾਰਬਨ ਡਾਈਆਕਸਾਈਡ ਲੈਂਦੇ ਆ ਅਤੇ ਉਹਦੇ ਬਦਲੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਆ। ਵਰਖਾ ਪੈਣ ਵਿੱਚ ਸਹਾਇਕ ਹੁੰਦੇ ਹਨ। ਜਿਹੜੇ ਵਣ ਨੇ ਯਾਨੀ ਰੁੱਖਾਂ, ਇਹ ਸਾਡੀ ਮੀਂਹ ਲਿਆਉਣ ਦੇ ਵਿੱਚ ਯਾਨੀ ਵਰਖਾ ਲਿਆਉਣ ਦੇ ਵਿੱਚ ਸਾਡੀ ਸਹਾਇਤਾ ਕਰਦੇ ਆ। ਇਹ ਤਾਪਮਾਨ ਨੂੰ ਵਧਣ ਨਹੀਂ ਦਿੰਦੇ, ਹੜ੍ਹ ਅਤੇ ਭੂਖੋਰ ਨੂੰ ਰੋਕਦੇ ਆ ਅਤੇ ਭੂਮੀ ਦੇ ਅੰਦਰ ਪਾਣੀ ਰਿਸਣ ਦੇ ਵਿੱਚ ਸਹਾਇਤਾ ਕਰਦੇ ਹਨ। ਵਣ ਮਾਰਥਰਾਂ ਦੇ ਫੈਲਾਅ ਨੂੰ ਰੋਕਦੇ ਹਨ ਅਤੇ ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਆਵਾਸ ਪ੍ਰਦਾਨ ਕਰਦੇ ਹਨ। ਜਿਹੜੇ ਵਣ ਨੇ ਉਹ ਜੰਗਲੀ ਜਾਨਵਰ ਅਤੇ ਪੰਛੀਆਂ ਨੂੰ ਰਹਿਣ ਵਾਸਤੇ ਜਗ੍ਹਾ ਵੀ ਪ੍ਰਦਾਨ ਕਰਦੇ ਆ। ਸੰਸਾਰ ਵਿੱਚ ਲਗਭਗ 30% ਥਲ ਖੇਤਰ ਵਣਾਂ ਹੇਠ ਹੈ, ਪਰੰਤੂ ਭਿੰਨ-ਭਿੰਨ ਦੇਸ਼ਾਂ ਵਿੱਚ ਇਸ ਪ੍ਰਤੀਸ਼ਤ ਵਿੱਚ ਕਾਫੀ ਵਖਰੇਵਾ ਹੈ। ਕਈ ਦੇਸ਼ਾਂ ਵਿੱਚ ਸਾਧਨ ਵਿੱਚ ਚੰਗੇ ਅਮੀਰ ਹਨ। ਵਣ ਉੱਥੇ ਆਰਥਿਕਤਾ ਦਾ ਮਹੱਤਵਪੂਰਨ ਹਿੱਸਾ ਹਨ, ਜਿਵੇਂ ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਰੂਸ ਵਿੱਚ ਵਣ ਹੇਠ ਖੇਤਰ ਵਧੇਰੇ, ਜਦਕਿ ਯੂਰਪ, ਏਸ਼ੀਆ, ਅਫਰੀਕਾ ਮਹਾਦੀਪਾਂ ਵਿੱਚ ਘੱਟ ਹਨ। ਠੀਕ ਹੈ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਰੂਸ ਦੇ ਵਿੱਚ ਕੀ ਆ, ਜਿਹੜੇ ਵਣ ਨੇ, ਜੰਗਲ ਆ, ਉਹ ਵਧੇਰੇ ਮਾਤਰਾ 'ਚ ਪਾਏ ਜਾਂਦੇ ਆ। ਯੂਰਪ, ਏਸ਼ੀਆ ਅਤੇ ਅਫਰੀਕਾ ਦੇ ਵਿੱਚ ਵਣਾਂ ਦੀ ਗਿਣਤੀ ਘੱਟ ਵਾ। ਸੰਸਾਰ ਵਿੱਚ ਵੱਧ ਰਹੀ ਵਸੋਂ ਦਾ ਵਣਾਂ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਜਿਵੇਂ ਜਿਵੇਂ ਸਾਡੀ ਪਾਪੂਲੇਸ਼ਨ ਇਨਕਰੀਜ਼ ਹੁੰਦੀ ਜਾਂਦੀ ਆ, ਪਾਪੂਲੇਸ਼ਨ ਵਧਣ ਦੇ ਨਾਲ ਸਾਡੇ ਜਿਹੜੇ ਵਣ ਨੇ ਉਹਨਾਂ 'ਤੇ ਮਾੜਾ ਪ੍ਰਭਾਵ ਪੈ ਰਿਹਾ ਵਾ। ਮਨੁੱਖ ਖੇਤੀਯੋਗ ਭੂਮੀ ਨੂੰ ਪ੍ਰਾਪਤ ਕਰਨ ਹਿੱਤ ਪੂਰਵ ਇਤਿਹਾਸਿਕ ਕਲਾ ਤੋਂ ਵਣਾਂ ਦੀ ਕਟਾਈ ਕਰਦਾ ਰਿਹਾ ਹੈ। ਮਨੁੱਖ ਕੀ ਆ, ਖੇਤੀ ਕਰਨ ਦੇ ਲਈ ਉਹਨੂੰ ਭੂਮੀ ਦੀ ਜ਼ਰੂਰਤ ਪੈਂਦੀ ਆ, ਇਸ ਲਈ ਉਹ ਕੀ ਕਰ ਰਿਹਾ, ਜਿਹੜਾ ਜੰਗਲ ਆ ਉਹਨਾਂ ਨੂੰ ਕੱਟ ਰਿਹਾ ਵਾ, ਜਿਸ ਕਰਕੇ ਵਣਾਂ ਹੇਠ ਖੇਤਰ ਨਿਰੰਤਰ ਘਟਦਾ ਜਾ ਰਿਹਾ ਹੈ। ਜੇਕਰ ਇਸੇ ਗਤੀ ਨਾਲ ਕੁਦਰਤੀ ਬਨਸਪਤੀ ਅਤੇ ਵਣਾਂ ਦਾ ਨਾਸ ਹੁੰਦਾ ਰਿਹਾ ਤਾਂ ਇੱਕ ਦਿਨ ਅਜਿਹਾ ਆਏਗਾ ਕਿ ਲੱਕੜ ਕਿਸੇ ਕੀਮਤ 'ਤੇ ਨਹੀਂ ਮਿਲੇਗੀ ਅਤੇ ਸੰਸਾਰ ਮਾਰੂਥਲਾਂ ਦਾ ਰੂਪ ਧਾਰਨ ਕਰ ਲਏਗਾ। ਜੇ ਅਸੀਂ ਲਗਾਤਾਰ ਹੀ ਵਣਾਂ ਨੂੰ ਕੱਟਦੇ ਰਵਾਂਗੇ ਜਾਂ ਫਿਰ ਜਿਹੜੀ ਸਾਡੀ ਕੁਦਰਤੀ ਵਨਸਪਤੀ ਆ ਅਸੀਂ ਉਹਨਾਂ ਦਾ ਨਾਸ ਕਰਦੇ ਰਵਾਂਗੇ ਤਾਂ ਇੱਕ ਦਿਨ ਐਵੇਂ ਦਾ ਆਊਗਾ ਕਿ ਸਾਨੂੰ ਲੱਕੜ ਨਹੀਂ ਮਿਲੂਗੀ। ਇਸ ਲਈ ਵਣਾਂ ਦੀ ਸੰਭਾਲ ਕੀਤੀ ਜਾਵੇ ਅਤੇ ਰੁੱਖ ਕੱਟਣ ਦੇ ਨਾਲ ਨਾਲ ਨਵੇਂ ਰੁੱਖ ਵੀ ਲਗਾਏ ਜਾਣ। ਜੇ ਅਸੀਂ ਰੁੱਖ ਕੱਟਦੇ ਹਾਂ ਤਾਂ ਸਾਡੀ ਇਹ ਰਿਸਪੋਂਸੀਬਿਲਿਟੀ ਬਣਦੀ ਆ ਕਿ ਅਗਰ ਅਸੀਂ ਰੁੱਖ ਕੱਟ ਰਹੇ ਹਾਂ ਤਾਂ ਉਹਦੇ ਨਾਲ ਨਾਲ ਅਸੀਂ ਨਵੇਂ ਰੁੱਖ ਵੀ ਲਗਾਈਏ। ਹੁਣ ਰੁੱਖ ਸਾਡੇ ਕੋਲ 3 ਤਰ੍ਹਾਂ ਦੇ ਵਣ ਆਉਂਦੇ ਨੇ ਸਾਡੇ ਕੋਲ। ਇੱਕ ਆਉਂਦਾ ਵਾ ਭੂ-ਮੱਧ ਰੇਖੀ ਵਣ, ਮੌਨਸੂਨੀ ਜਾਂ ਪਤਝੜੀ ਵਣ ਤੇ ਨੁਕੀਲੇ ਪੱਤਿਆਂ ਵਾਲੇ ਵਣ। ਪਹਿਲਾ ਆਉਂਦਾ ਵਾ ਭੂ-ਮੱਧ ਰੇਖੀ ਵਣ। ਭੂ-ਮੱਧ ਰੇਖਾ ਦੇ 10 ਡਿਗਰੀ ਉੱਤਰ ਅਤੇ 10 ਡਿਗਰੀ ਦੱਖਣ ਤੱਕ ਖੇਤਰ ਇਹਨਾਂ ਵਣਾਂ ਨੇ ਢਕਿਆ ਹੋਇਆ ਹੈ। ਇਹਨਾਂ ਜੰਗਲਾਂ ਨੂੰ ਸਦਾਬਹਾਰ ਸੰਘਣੇ ਜੰਗਲ ਆਖਦੇ ਹਨ। ਭੂ-ਮੱਧ ਰੇਖਾ 'ਤੇ ਲਗਾਤਾਰ ਸਾਰਾ ਸਾਲ ਨਿਰੰਤਰ ਜਿਹੜਾ ਤਾਪਮਾਨ ਉੱਚਾ ਰਹਿੰਦਾ ਹੈ, ਸਾਰਾ ਸਾਲ ਵਰਖਾ ਰਹਿੰਦੀ ਹੈ, ਜਿਸ ਕਰਕੇ ਇੱਥੇ ਸੰਘਣੇ ਜੰਗਲ ਪਾਏ ਜਾਂਦੇ ਹਨ। ਇਹਨਾਂ ਵਣਾਂ ਦੀਆਂ ਉੱਪਰਲੀਆਂ ਟਾਹਣੀਆਂ
ਆਪਸ ਵਿੱਚ ਇਸ ਤਰ੍ਹਾਂ ਰਲੀਆਂ ਹੁੰਦੀਆਂ ਹਨ ਕਿ ਛਤਰੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਅਤੇ ਸੂਰਜ ਦੀ ਰੋਸ਼ਨੀ ਤੋਂ ਵੀ ਧਰਤੀ ਤੇ ਨਹੀਂ ਪੈਂਦੀ। ਸੰਘਣੇ ਜੰਗਲ ਹੋਣ ਕਰਕੇ, ਲਗਾਤਾਰ ਵਰਖਾ ਹੋਣ ਕਰਕੇ ਉੱਥੇ ਕੀ ਆ, ਬਨਸਪਤੀ ਆ ਜਿਹੜੀ ਉਹ ਰਹਿੰਦੀ ਆ। ਬਨਸਪਤੀ ਰਹਿਣ ਕਰਕੇ ਜਿਹੜੀ ਉਹ ਬਨਸਪਤੀ ਆ, ਵਣ ਆ, ਉਹ ਛਤਰੀ ਦੇ ਰੂਪ ਦੇ ਵਿੱਚ ਨੇ ਕਿ ਉਹਨਾਂ ਨੇ ਇੱਕ ਜਿਵੇਂ ਆਪਣੀ ਅਮਰੇਲਾ ਹੁੰਦੀ ਆ, ਉਹਨਾਂ ਨੇ ਉਸ ਤਰੀਕੇ ਨਾਲ ਰੂਪ ਧਾਰਨ ਕੀਤਾ ਹੋਇਆ ਵਾ। ਅਮਰੇਲਾ ਦੇ ਸਟਾਈਲ ਹੋਣ ਕਰਕੇ ਯਾਨੀ ਰੂਪ ਧਾਰਨ ਹੋਣ ਕਰਕੇ ਉਹ ਕੀ ਆ, ਜਿਹੜੀ ਸੂਰਜ ਦੀ ਰੋਸ਼ਨੀ ਆ ਉਹ ਧਰਤੀ ਤੇ ਵੀ ਨਹੀਂ ਪੈਂਦੀ। ਇਹਨਾਂ ਵਨਾਂ ਵਿੱਚ ਕਈ ਪ੍ਰਕਾਰ ਦੇ ਰੁੱਖ ਹਨ, ਫਿਰ ਵੀ ਇਹ ਰੁੱਖ ਆਰਥਿਕ ਪੱਖ ਤੋਂ ਲਾਭਦਾਇਕ ਨਹੀਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਬਹੁਤ ਜ਼ਿਆਦਾ ਸੰਘਣੇ ਹੁੰਦੇ ਹਨ ਕਿ ਇਹਨਾਂ ਵਿੱਚੋਂ ਲੰਘਣਾ ਬਹੁਤ ਮੁਸ਼ਕਿਲ ਹੈ, ਜਿਸ ਕਰਕੇ ਇਹਨਾਂ ਦੀ ਕਟਾਈ ਨਹੀਂ ਹੋ ਸਕਦੀ। ਇਹਨਾਂ ਵਨਾਂ ਨੂੰ ਇੱਕ ਆਕਾਸ਼ ਛੂਹਣ ਵਾਲੀ ਇਮਾਰਤ ਯਾਨੀ ਸਕਾਈਸਕ੍ਰਾਪਰ ਦੀ ਤਰ੍ਹਾਂ ਵੀ ਜਾਣਿਆ ਜਾਂਦਾ ਹੈ, ਜਿਸ ਵਿੱਚ ਤੋਂ ਉੱਪਰਲੀ ਮੰਜ਼ਲ ਵਿੱਚ 70 ਮੀਟਰ ਉੱਚੇ ਰੁੱਖਾਂ ਨਾਲ ਬਣਦੀ ਹੈ। ਇੱਥੇ ਧੁੱਪ ਅਤੇ ਹਵਾ ਦੋਵੇਂ ਪ੍ਰਾਪਤ ਹੋਣ ਕਰਕੇ ਫਲ ਅਤੇ ਫੁੱਲ ਹੁੰਦੇ ਹਨ। ਠੀਕ ਆ, ਸਾਨੂੰ ਉੱਥੇ ਕੀ ਸਭ ਤੋਂ ਉੱਚੀ ਹੁੰਦੀ ਆ, ਸਭ ਤੋਂ ਉੱਚੀ ਹੋਣ ਕਰਕੇ ਉੱਥੇ ਕੀ ਆ, ਫਲ ਤੇ ਫੁੱਲ ਦੋਨੇ ਹੁੰਦੇ ਨੇ। ਇਸ ਤੋਂ ਹੇਠਲੀ ਮੰਜ਼ਲ ਛਤਰੀ ਨੂਮਾ ਹੁੰਦੀ ਹੈ। ਦਰਖਤਾਂ ਦੀਆਂ ਟਹਿਣੀਆਂ ਦੇ ਆਪਸ ਵਿੱਚ ਫਸਣ ਕਰਕੇ ਇੱਕ ਛਤਰੀ ਨੂਮਾ ਛੱਤ ਹੁੰਦੀ ਹੈ। ਜ਼ਿਆਦਾ ਸੰਘਣੇ ਹੋਣ ਕਰਕੇ ਆਪਸ ਦੇ ਵਿੱਚ ਟਹਿਣੀਆਂ ਫਸ ਜਾਂਦੀਆਂ ਨੇ। ਟਹਿਣੀਆਂ ਫਸਣ ਕਰਕੇ ਉਹ ਇੱਕ ਛਤਰੀ ਦਾ ਰੂਪ ਧਾਰਨ ਕਰ ਲੈਂਦੀਆਂ ਨੇ। ਇੱਥੇ ਸੂਰਜ ਦੀ ਰੋਸ਼ਨੀ ਬਹੁਤ ਥੋੜ੍ਹੀ ਪਹੁੰਚਦੀ ਹੈ, ਜੋ ਫਲ ਅਤੇ ਫੁੱਲਾਂ ਪ੍ਰਤੀ ਚੰਗੀ ਹੁੰਦੀ ਹੈ। ਇਸ ਤੋਂ ਹੇਠਲੀ ਮੰਜ਼ਲ ਪਰਛਾਵੇਂ ਵਾਲੀ ਹੁੰਦੀ ਹੈ, ਜਿੱਥੇ ਵੇਲਾਂ ਦਰਖਤਾਂ ਤੇ ਚੜ੍ਹ ਜਾਂਦੀਆਂ ਹਨ ਅਤੇ ਆਪਸ ਦੇ ਵਿੱਚ ਲਿਪਟੀਆਂ ਹੁੰਦੀਆਂ ਹਨ। ਜਿਹੜੀਆਂ ਵੇਲਾਂ ਸੂਰਜ ਦੀ ਰੋਸ਼ਨੀ ਤੋਂ ਬਗੈਰ ਨਹੀਂ ਰਹਿ ਸਕਦੀਆਂ, ਉਹ ਸੂਰਜ ਦੀ ਰੋਸ਼ਨੀ ਪ੍ਰਾਪਤ ਕਰਨ ਲਈ ਉੱਪਰ ਵੱਲ ਵੱਧ ਜਾਂਦੀਆਂ ਹਨ। ਸਭ ਤੋਂ ਹੇਠਲੀ ਮੰਜ਼ਲ ਤੇ ਬਹੁਤ ਹਨੇਰਾ ਹੁੰਦਾ ਹੈ, ਸੂਰਜ ਦੀ ਰੋਸ਼ਨੀ ਬਿਲਕੁਲ ਨਹੀਂ ਪਹੁੰਚਦੀ। ਇਹਨਾਂ ਦੀ ਫਰਸ਼ ਗਲੇ ਸੜੇ ਪੱਤਿਆਂ, ਕੀੜੇ ਮਕੌੜਿਆਂ ਨਾਲ ਢਕੀ ਹੁੰਦੀ ਹੈ। ਇਸੇ ਕਰਕੇ ਇਹ ਜੰਗਲ ਮਨੁੱਖ ਲਈ ਅਪਹੁੰਚ ਹਨ। ਇਸੇ ਕਰਕੇ ਇਹ ਆਰਥਿਕ ਪੱਖ ਤੋਂ ਬਹੁਤ ਮਹੱਤਵ ਨਹੀਂ ਰੱਖਦੇ। ਠੀਕ ਹੈ, ਜਿੱਥੇ ਕੀ ਆ ਸੂਰਜ ਦੀ ਰੋਸ਼ਨੀ ਨਹੀਂ ਪੈਂਦੀ, ਠੀਕ ਹੈ, ਉੱਥੇ ਕੀ ਆ, ਪੱਤੇ ਗਲ ਸੜ ਜਾਂਦੇ ਆ, ਕੀੜੇ ਮਕੌੜੇ ਹੁੰਦੇ ਆ। ਅਗਰ ਪੱਤੇ ਗਲੇ ਸੜੇ ਹੋਣਗੇ, ਕੀੜੇ ਮਕੌੜੇ ਹੋਣਗੇ, ਜਿਹੜੇ ਉਹ ਦਰਖਤ ਹੋਣਗੇ, ਉਹ ਵਣ ਹੋਣਗੇ, ਉਹ ਜਿਹੜੇ ਮਨੁੱਖਾਂ ਦੀ ਆ ਕਿਸੇ ਵੀ ਤਰ੍ਹਾਂ ਦੇ ਨਾਲ ਪ੍ਰਯੋਗ ਦੇ ਵਿੱਚ ਨਹੀਂ ਲਿਆਂਦੇ ਜਾਂਦੇ। ਇਸ ਲਈ ਜਿਹੜੇ ਉਹ ਆਰਥਿਕ ਪੱਖ ਤੋਂ ਮਨੁੱਖਾਂ ਲਈ ਮਹੱਤਵ ਨਹੀਂ ਰੱਖਦੇ। ਪਰੰਤੂ ਸਰਕਾਰੀ ਉਪਰਾਲਿਆਂ ਸਦਕਾ ਇਹਨਾਂ ਜੰਗਲਾਂ ਨੂੰ ਵੀ ਪਹੁੰਚ ਬਣਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕਟਾਈ ਅਤੇ ਆਵਾਜਾਈ ਮਾਰਗ ਵਿਕਸਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਕੀ ਆ, ਇਹ ਜਿਹੜੇ ਵਣ ਨੇ ਬਹੁਤ ਜ਼ਿਆਦਾ ਸੰਘਣੇ ਹੁੰਦੇ ਆ, ਇੰਨੇ ਜ਼ਿਆਦਾ ਸੰਘਣੇ ਹੁੰਦੇ ਨੇ ਕਿ ਇਹਨਾਂ ਦੇ ਵਿੱਚੋਂ ਗੁਜ਼ਰਨਾ ਵੀ ਯਾਨੀ ਲੰਘਣਾ ਵੀ ਬਹੁਤ ਔਖਾ ਵਾ। ਹੁਣ ਕੀ ਆ, ਸਰਕਾਰ ਦੀ ਸਹਾਇਤਾ ਦੇ ਨਾਲ ਇਹਨਾਂ ਦੀ ਕਟਾਈ ਕੀਤੀ ਜਾ ਰਹੀ ਆ। ਕਟਾਈ ਕਰਕੇ ਉੱਥੇ ਮਾਰਗ ਬਣਾਇਆ ਜਾ ਰਿਹਾ ਵਾ ਤਾਂ ਜੋ ਉਹਨਾਂ ਜੰਗਲਾਂ ਦੇ ਵਿੱਚੋਂ ਲੰਘਿਆ ਜਾ ਸਕੇ। ਦੂਜੇ ਆਉਂਦੇ ਨੇ ਮਾਨਸੂਨੀ ਜਾਂ ਪਤਝੜੀ ਵਣ। ਇਹ ਵਣ ਉਪ ਉਸ਼ਣ ਅਕਸ਼ਾਂਸ਼ ਦੇ ਹੁੰਦੇ ਹਨ, ਜਿੱਥੇ ਵਰਖਾ ਇੱਕ ਰੁੱਤ ਵਿੱਚ ਵਧੇਰੇ ਹੁੰਦੀ ਹੈ। ਇਹਨਾਂ ਦੇ ਪੱਤੇ ਚੌੜੇ ਹੁੰਦੇ ਹਨ। ਇਹ ਵਣ ਉਹਨਾਂ ਖੇਤਰਾਂ ਵਿੱਚ ਵਧੇਰੇ ਹੁੰਦੇ ਹਨ ਜਿੱਥੇ ਮਾਨਸੂਨੀ ਹਵਾਵਾਂ ਕਰਕੇ ਜ਼ਿਆਦਾ ਵਰਖਾ ਹੁੰਦੀ ਹੈ। ਇਹ ਜਿਹੜੇ ਪਤਝੜੀ ਵਣ ਨੇ ਉੱਥੇ ਜ਼ਿਆਦਾ ਹੁੰਦੇ ਨੇ ਜਿੱਥੇ ਮਾਨਸੂਨੀ ਹਵਾਵਾਂ ਵਿੱਚ ਵਰਖਾ ਜ਼ਿਆਦਾ ਹੁੰਦੀ ਹੈ। ਇਸੇ ਕਰਕੇ ਇਹਨਾਂ ਨੂੰ ਮਾਨਸੂਨੀ ਵਣ ਆਖਦੇ ਹਨ। ਜਿਸ ਰੁੱਤ ਵਿੱਚ ਵਰਖਾ ਨਹੀਂ ਹੁੰਦੀ, ਇਹ ਵਣ ਆਪਣੇ ਪੱਤੇ ਝਾੜ ਦਿੰਦੇ ਹਨ। ਇਸੇ ਕਰਕੇ ਇਸ ਨੂੰ ਪਤਝੜੀ ਵਣ ਆਖਦੇ ਹਨ। ਜਿੱਥੇ ਜਿਹੜੇ ਰੁੱਤ ਦੇ ਵਿੱਚ ਵਰਖਾ ਨਹੀਂ ਹੁੰਦੀ, ਉੱਥੇ ਦੇ ਜਿਹੜੇ ਵਣ ਨੇ ਉਹ ਪੱਤੇ ਆਪਣੇ ਆਪ ਆਪਣੇ ਝਾੜ ਦਿੰਦੇ ਆ, ਉਦੋਂ ਅਸੀਂ ਕਵਾਂਗੇ ਹੁਣ ਆ ਰਹੀ ਆ ਪਤਝੜੀ ਵਣ। ਇਹਨਾਂ ਵਣਾਂ ਦਾ ਆਰਥਿਕ ਮਹੱਤਵ ਵਧੇਰੇ ਹੈ। ਇਸ ਪ੍ਰਕਾਰ ਦੇ ਵਧੇਰੇ ਵਣਾਂ ਦੀ ਕਟਾਈ ਉਪਰੰਤ ਭੂਮੀ ਖੇਤੀ ਹੇਠ ਲਿਆਂਦੀ ਗਈ ਹੈ। ਹੁਣ ਇਹਨਾਂ ਦੇ ਵਿੱਚ ਕੀ ਹੈ ਕਿ ਜਿੱਥੇ ਇਹ ਮਾਨਸੂਨ ਜਾਂ ਪਤਝੜੀ ਵਣ ਨੇ, ਉਹਨਾਂ ਵਣਾਂ ਦੀ ਕਟਾਈ ਕਰਕੇ ਜਿੱਥੇ ਦੀ ਉਹ ਭੂਮੀ ਆ ਉਹਨੂੰ ਅਸੀਂ ਖੇਤੀਯੋਗ ਬਣਾ ਲਿਆ। ਇਹ ਭੂ-ਮੱਧ ਰੇਖੀ ਵਣਾਂ ਨਾਲੋਂ ਘੱਟ ਸੰਘਣੇ ਹਨ ਅਤੇ ਮਨੁੱਖ ਪਹੁੰਚ ਵਿੱਚ ਹਨ। ਇਹ ਜ਼ਿਆਦਾ ਸੰਘਣੇ ਨਹੀਂ ਹੁੰਦੇ। ਜਿਵੇਂ ਆਪਾਂ ਪਹਿਲੇ ਵਾਲੇ ਵਣ ਪੜ੍ਹੇ ਸੀਗੇ, ਭੂ-ਮੱਧ ਰੇਖੀ ਵਣ ਪੜ੍ਹੇ ਸੀ, ਜਿਹੜੇ ਜੰਗਲ ਸੀਗੇ ਬਹੁਤ ਜ਼ਿਆਦਾ ਸੰਘਣੇ ਨੇ ਤੇ ਉੱਥੇ ਲੰਘਿਆ ਵੀ ਨਹੀਂ ਜਾ ਸਕਦਾ। ਪਰ ਇਹ ਵਣ ਉਹਨਾਂ ਦੀ ਤਰ੍ਹਾਂ ਨਹੀਂ ਹੁੰਦੇ, ਘੱਟ ਸੰਘਣੇ ਨੇ ਤੇ ਮਨੁੱਖ ਉੱਥੇ ਪਹੁੰਚ ਸਕਦੇ ਆ। ਇਹਨਾਂ ਤੋਂ ਇਮਾਰਤੀ ਬਾਲਣ ਆਦਿ ਲੱਕੜੀ ਪ੍ਰਾਪਤ ਹੁੰਦੀ ਹੈ। ਤੀਜੇ ਵਣ ਆਉਂਦੇ ਆਪਣੇ ਕੋਲ ਨੁਕੀਲੇ ਪੱਤਿਆਂ ਵਾਲੇ ਵਣ। ਇਹ ਵਣ ਸ਼ੀਤ ਉਸ਼ਣ ਖੇਤਰਾਂ ਵਿੱਚ ਪੈਦਾ ਹੁੰਦੇ ਹਨ।
ਨੁਕੀਲੇ ਪੱਤਿਆਂ ਵਾਲੇ ਵਨਾਂ ਨੂੰ ਸਦਾਬਹਾਰ ਵਣ ਆਖਦੇ ਹਨ। ਯੂਰੇਸ਼ੀਆ ਵਿੱਚ ਇਹਨਾਂ ਵਨਾਂ ਨੂੰ ਟੈਗਾ ਦਾ ਨਾਂ ਦਿੱਤਾ ਜਾਂਦਾ ਹੈ। ਠੀਕ ਹੈ, ਇਹ ਤੁਹਾਡੇ ਕੋਲ ਸ਼ਾਰਟ ਦੇ ਵਿੱਚ ਆਇਆ ਹੋਇਆ ਵਾ। ਉਪਰੋਕਤ ਪੱਖੋਂ ਇਹ ਵਨ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਹਨ। ਇਹਨਾਂ ਵਨਾਂ ਵਿੱਚ ਚੀਲ, ਫਰ, ਸਪਰੂਸ ਰੁੱਖਾਂ ਦੀ ਨਰਮ ਲੱਕੜੀ ਮਿਲਦੀ ਹੈ, ਜਿਸ ਤੋਂ ਲੱਕੜੀ ਦਾ ਗੁੱਦਾ ਅਤੇ ਕਾਗਜ਼ ਬਣਾਇਆ ਜਾਂਦਾ ਹੈ। ਅੱਗੇ ਆਉਂਦਾ ਆਪਣੇ ਕੋਲ ਘਾਹ ਦੇ ਮੈਦਾਨ। ਮੁੱਖ ਰੂਪ ਵਿੱਚ ਘਾਹ ਦੇ ਮੈਦਾਨ ਦੋ ਪ੍ਰਕਾਰ ਦੇ ਹੁੰਦੇ ਹਨ, ਉਸ਼ਣ ਘਾਹ ਦੇ ਮੈਦਾਨ ਤੇ ਸ਼ੀਤ ਉਸ਼ਣ ਘਾਹ ਦੇ ਮੈਦਾਨ। ਪਹਿਲੇ ਆਉਂਦੇ ਨੇ ਉਸ਼ਣ ਘਾਹ ਦੇ ਮੈਦਾਨ। ਉਸ਼ਣ ਘਾਹ ਦੇ ਮੈਦਾਨ 10 ਡਿਗਰੀ ਤੋਂ 30 ਡਿਗਰੀ ਅਕਸ਼ਾਂਸ਼ ਤੇ ਉੱਤਰੀ ਅਤੇ ਦੱਖਣੀ ਅਰਧ-ਗੋਲੀਆਂ ਵਿੱਚ ਪਾਏ ਜਾਂਦੇ ਹਨ। ਇਹਨਾਂ ਘਾਹ ਦੇ ਮੈਦਾਨਾਂ ਨੂੰ ਸਵਾਨਾ ਘਾਹ ਦੇ ਮੈਦਾਨ ਵੀ ਕਿਹਾ ਜਾਂਦਾ ਹੈ, ਪਰੰਤੂ ਵੱਖ-ਵੱਖ ਖੇਤਰਾਂ ਵਿੱਚ ਇਹਨਾਂ ਦੇ ਨਾਂ ਵੱਖਰੇ-ਵੱਖਰੇ ਦਿੱਤੇ ਗਏ ਹਨ। ਯਾਨੀ ਹਰ ਇੱਕ ਖੇਤਰ ਵਿੱਚ ਉਸ਼ਣ ਘਾਹ ਦੇ ਮੈਦਾਨਾਂ ਨੇ ਆਪਣੇ ਨਾਂ ਦਿੱਤੇ ਆ। ਇਹ ਘਾਹ 5 ਮੀਟਰ ਤੱਕ ਉਚਾਈ ਹੋ ਜਾਂਦੀ ਹੈ ਅਤੇ ਸੁੱਕ ਕੇ ਇਹ ਬਹੁਤ ਸਖਤ ਹੋ ਜਾਂਦਾ ਹੈ। ਟਾਵੇਂ ਛੋਟੇ ਕੱਦ ਦੇ ਰੁੱਖ ਵੀ ਉਗਦੇ ਹਨ। ਇਹਨਾਂ ਘਾਹ ਦੇ ਮੈਦਾਨਾਂ ਵਿੱਚ ਘਾਹ ਖਾਣ ਵਾਲੇ ਅਤੇ ਮਾंस ਖਾਣ ਵਾਲੇ ਪਸ਼ੂ ਬਹੁਤ ਜ਼ਿਆਦਾ ਹੁੰਦੇ ਹਨ। ਦੂਜੇ ਆਉਂਦੇ ਨੇ ਆਪਣੇ ਕੋਲ ਸ਼ੀਤ ਉਸ਼ਣ ਘਾਹ ਦੇ ਮੈਦਾਨ। ਇਹ ਘਾਹ ਦੇ ਮੈਦਾਨ ਸ਼ੀਤ ਉਸ਼ਣ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਪਾਏ ਜਾਂਦੇ ਹਨ। ਇਹ ਘਾਹ ਬਹੁਤ ਉੱਚੀ ਨਹੀਂ ਹੁੰਦੀ, ਪਰੰਤੂ ਨਰਮ ਤੇ ਸੰਘਣੀ ਹੁੰਦੀ ਹੈ, ਇਸ ਕਰਕੇ ਪਸ਼ੂਆਂ ਦੇ ਚਾਰੇ ਲਈ ਬਹੁਤ ਉਪਯੋਗੀ ਹੈ। ਜਿਹੜੀ ਸ਼ੀਤ ਉਸ਼ਣ ਘਾਹ ਦੇ ਮੈਦਾਨ ਨੇ, ਠੀਕ ਹੈ, ਇਹ ਕੀ ਆ, ਘੱਟ ਵਰਖਾ ਵਾਲੇ ਥਾਵਾਂ ਤੇ ਪਾਏ ਜਾਂਦੇ ਆ। ਇਹ ਜ਼ਿਆਦਾ ਉੱਚੀ ਨਹੀਂ ਹੁੰਦੀ ਤੇ ਇਹਦੇ ਜਿਹੜੇ ਪੱਤੇ ਨੇ ਨਰਮ ਤੇ ਸੰਘਣੇ ਹੁੰਦੇ ਆ ਤੇ ਪਸ਼ੂਆਂ ਦੇ ਚਾਰੇ ਲਈ ਇਹ ਉਪਯੋਗ ਕੀਤੇ ਜਾਂਦੇ ਆ। ਇਹਨਾਂ ਘਾਹ ਦੇ ਮੈਦਾਨਾਂ ਨੂੰ ਵੀ ਵੱਖ-ਵੱਖ ਮਹਾਦੀਪਾਂ ਵਿੱਚ ਵੱਖ-ਵੱਖ ਨਾਂ ਦਿੱਤਾ ਜਾਂਦਾ ਹੈ, ਜਿਵੇਂ ਯੂਰੇਸ਼ੀਆ ਵਿੱਚ ਸਟੈਪਿਸ, ਉੱਤਰੀ ਅਮਰੀਕਾ ਵਿੱਚ ਪਿਅਰੀਜ਼, ਦੱਖਣੀ ਅਮਰੀਕਾ ਵਿੱਚ ਪੰਪਾਜ਼, ਦੱਖਣੀ ਅਫਰੀਕਾ ਵਿੱਚ ਵੈਲਡ ਤੇ ਆਸਟ੍ਰੇਲੀਆ ਵਿੱਚ ਡਾਊਨਜ਼। ਤੀਜੀ ਆਉਂਦੀ ਆਪਣੇ ਕੋਲ ਮਾਰੂਥਲੀ ਬਨਸਪਤੀ। ਸੰਸਾਰ ਵਿੱਚ ਦੋ ਪ੍ਰਕਾਰ ਦੇ ਮਾਰੂਥਲ ਨੇ, ਗਰਮ ਮਾਰੂਥਲ ਤੇ ਠੰਡੇ ਮਾਰੂਥਲ। ਵਧੇਰੇ ਗਰਮੀ ਅਤੇ ਘੱਟ ਵਰਖਾ ਸਦਕਾ ਬਨਸਪਤੀ ਬਹੁਤ ਘੱਟ ਉਗਦੀ ਹੈ। ਕੇਵਲ ਕੰਡੇਦਾਰ ਝਾੜੀਆਂ, ਥੋਹਰ, ਛੋਟੀਆਂ-ਛੋਟੀਆਂ ਜੜੀਆਂ ਬੂਟੀਆਂ ਅਤੇ ਘਾਹ ਆਦਿ ਹੀ ਹੁੰਦਾ ਹੈ। ਕੁਦਰਤ ਨੇ ਇਸ ਬਨਸਪਤੀ ਨੂੰ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਇਹ ਗਰਮੀ ਅਤੇ ਖੁਸ਼ਕੀ ਨੂੰ ਸਹਿਣ ਕਰ ਸਕੇ। ਇਹਨਾਂ ਦੀਆਂ ਜੜ੍ਹਾਂ ਲੰਬੀਆਂ ਅਤੇ ਮੋਟੀਆਂ ਹੁੰਦੀਆਂ ਹਨ ਤਾਂ ਕਿ ਪੌਦੇ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ। ਪੌਦਿਆਂ ਦਾ ਛਿਲਕਾ ਮੋਟਾ, ਪੱਤੇ ਮੋਟੇ ਅਤੇ ਚੀਕਣੇ ਹੁੰਦੇ ਹਨ ਤਾਂ ਜੋ ਵਾਸ਼ਪੀਕਰਨ ਨਾਲ ਪਾਣੀ ਘੱਟ ਜਾਇਆ ਹੋਵੇ। ਨੈਕਸਟ ਆਉਂਦੇ ਨੇ ਠੰਡੇ ਮਾਰੂਥਲ। ਇਹ ਖੇਤਰ ਵਧੇਰੇ ਸਮਾਂ ਬਰਫ਼ ਨਾਲ ਢਕੇ ਰਹਿੰਦੇ ਹਨ। ਜਦੋਂ ਥੋੜ੍ਹੇ ਸਮੇਂ ਵਾਸਤੇ ਬਰਫ਼ ਪਿਘਲਦੀ ਹੈ ਤਾਂ ਰੰਗ ਬਰੰਗੇ ਫੁੱਲਾਂ ਵਾਲੇ ਨਿੱਕੇ-ਨਿੱਕੇ ਪੌਦੇ ਉੱਗ ਪੈਂਦੇ ਹਨ। ਉੱਤਰੀ ਭਾਗ ਵਿੱਚ ਛੋਟੀ-ਛੋਟੀ ਘਾਹ ਜਿਵੇਂ ਕਾਈ ਅਤੇ ਲਿਚਨ ਯਾਨੀ ਲਾਈਕਨ ਉੱਗਦੀ ਹੈ। ਮਾਰੂਥਲ ਦੀ ਇਹ ਛੋਟੀ-ਮੋਟੀ ਬਨਸਪਤੀ ਕਿਸੇ ਆਰਥਿਕ ਮਹੱਤਵ ਦੀ ਨਹੀਂ ਹੈ। ਜਿਹੜੇ ਛੋਟੇ-ਛੋਟੇ ਘਾਹ ਉੱਗ ਜਾਂਦੇ ਨੇ ਇਹ ਸਾਨੂੰ ਕਿਸੇ ਵੀ ਆਰਥਿਕ ਮਹੱਤਵ ਯਾਨੀ ਕਿ ਸਾਡੀ ਲੋੜ ਦੇ ਵਿੱਚ ਨਹੀਂ ਆਉਂਦੇ। ਅੱਗੇ ਆਉਂਦਾ ਵਨਾਂ ਦੀ ਸੰਭਾਲ। ਵਨਾਂ ਦਾ ਸਾਡੇ ਲਈ ਬਹੁਤ ਮਹੱਤਵ ਹੈ ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ। ਵਨਾਂ ਦੀ ਲੱਕੜ ਦੀ ਵਧੇਰੇ ਵਰਤੋਂ ਬਾਲਣ ਦੇ ਰੂਪ ਵਿੱਚ ਹੁੰਦੀ ਹੈ। ਕੁੱਲ ਵਰਤੀ ਜਾਣ ਵਾਲੀ ਲੱਕੜੀ ਵਿੱਚੋਂ 50% ਬਾਲਣ ਦੇ ਤੌਰ ਤੇ 33% ਮਕਾਨ ਉਸਾਰੀ ਲਈ ਵਰਤੀ ਜਾਂਦੀ ਹੈ। ਜਿਹੜੀ ਜ਼ਿਆਦਾਤਰ ਲੱਕੜੀ ਆ ਉਹ ਅਸੀਂ ਬਾਲਣ ਦੇ ਰੂਪ 'ਚ ਵਰਤਦੇ ਹਾਂ ਤੇ 33% ਅਸੀਂ ਮਕਾਨ ਬਣਾਉਣ ਲਈ ਵਰਤਦੇ ਹਾਂ। ਬਾਕੀ ਹੋਰ ਸਾਰੇ ਕੰਮਾਂ ਲਈ ਜਿਵੇਂ ਕਾਗਜ਼ ਬਣਾਉਣ ਲਈ, ਰੇਲ ਦੇ ਡੱਬੇ, ਸਲੀਪਰ, ਰੇਅਨ ਯਾਨੀ ਬਨੌਟੀ ਕੱਪੜਾ ਬਣਾਉਣ ਲਈ ਆਦਿ ਵਰਤਦੇ ਆ। ਵਸੋਂ ਵਧਣ ਨਾਲ ਖਪਤ ਵੱਧ ਰਹੀ ਹੈ। ਜਿਵੇਂ ਸਾਡੀ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਆ ਉਵੇਂ ਸਾਡੀ ਜਿਹੜੀ ਖਪਤ ਆ ਉਹ ਵੱਧ ਰਹੀ ਆ, ਮਤਲਬ ਲੱਕੜੀ ਦੀ ਜਿਹੜੀ ਯੂਜ਼ ਆ ਉਹ ਵੱਧ ਰਿਹਾ ਵਾ। ਪਰ ਵਨ ਖੇਤਰ ਘਟ ਰਿਹਾ ਹੈ, ਜਿਹੜੇ ਜੰਗਲ ਨੇ ਉਹ ਸਾਡੇ ਘਟ ਰਹੇ ਨੇ। ਇਸ ਲਈ ਵਨਾਂ ਦੀ ਸੰਭਾਲ ਅਤੇ ਨਵੇਂ ਰੁੱਖ ਲਗਾਉਣ ਵੱਲ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਕਈ ਵਾਰੀ ਵਨਾਂ ਦਾ ਅੱਗ ਲੱਗਣ ਨਾਲ ਬਹੁਤ ਨੁਕਸਾਨ ਹੋ ਜਾਂਦਾ ਹੈ। ਇਸ ਪਾਸੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ ਅਤੇ ਅਜਿਹੀ ਕਿਸੇ ਕਿਸਮ ਦੀ ਸਾਵਧਾਨੀ ਜਾਂ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਵਨ ਕਈ ਵਾਰ ਅੱਗ ਲੱਗ ਜਾਂਦੀ ਹੈ ਜੰਗਲਾਂ ਦੇ ਵਿੱਚ, ਜੰਗਲ 'ਚ ਅੱਗ ਲੱਗਣ ਨਾਲ ਬਹੁਤ ਸਾਰਾ ਨੁਕਸਾਨ ਹੋ ਜਾਂਦਾ,
ਪਰ ਸਾਨੂੰ ਜੰਗਲਾਂ ਨੂੰ ਅੱਗ ਲੱਗਣ ਤੋਂ ਰੋਕਣਾ ਵਾ, ਸਾਨੂੰ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਆ। ਇਸ ਲਈ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਆ, ਕੋਈ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਕਟਾਈ ਨਿਯਮਬੱਧ ਢੰਗ ਨਾਲ ਕਰਨੀ ਚਾਹੀਦੀ ਆ ਤੇ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ। ਜਿਹੜੀ ਸਾਨੂੰ ਜੰਗਲ ਆ ਉਹਨਾਂ ਦੀ ਕਟਾਈ ਕਰਨੀ ਚਾਹੀਦੀ ਹੈ, ਯਾਨੀ ਟਾਈਮ ਟੂ ਟਾਈਮ ਸਾਨੂੰ ਉਹਨਾਂ ਨੂੰ ਕੱਟਣਾ ਚਾਹੀਦਾ ਵਾ ਤੇ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ। ਕੀੜੇ ਮਕੌੜੇ ਅਤੇ ਬਿਮਾਰੀਆਂ ਨਾਲ ਰੁੱਖ ਨਸ਼ਟ ਹੋ ਜਾਂਦੇ ਹਨ। ਜੇ ਅਸੀਂ ਉਹਨਾਂ ਦੀ ਕਟਾਈ ਟਾਈਮ ਸਿਰ ਨਹੀਂ ਕਰਾਂਗੇ, ਯਾਨੀ ਉਹਨਾਂ ਦੀ ਦੇਖਭਾਲ ਵਨਾਂ ਦੀ ਨਹੀਂ ਕਰਾਂਗੇ, ਕੀੜੇ ਮਕੌੜੇ ਪੈਦਾ ਹੋਣਗੇ ਉੱਥੇ ਤੇ ਰੁੱਖਾਂ ਨੂੰ ਬਿਮਾਰੀਆਂ ਲੱਗ ਜਾਣਗੀਆਂ, ਜਿਹਦੇ ਕਰਕੇ ਜਿਹੜੇ ਸਾਡੇ ਰੁੱਖ ਨੇ ਉਹ ਨਸ਼ਟ ਹੋ ਜਾਣਗੇ। ਨਹਿਰਾਂ, ਨਦੀਆਂ, ਸੜਕਾਂ, ਰੇਲ ਪਟੜੀਆਂ ਦੇ ਨਾਲ ਵੀ ਖਾਲੀ ਪਈ ਭੂਮੀ ਤੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਬਾਲਣ ਲਈ ਲੱਕੜੀ ਦੀ ਖਪਤ ਘਟਾਈ ਜਾਣੀ ਚਾਹੀਦੀ ਹੈ ਤੇ ਹੋਰ ਸਾਧਨ ਜਿਵੇਂ ਗੈਸ, ਸੂਰਜੀ ਸ਼ਕਤੀ, ਚੁੱਲ੍ਹੇ, ਗੋਬਰ ਗੈਸ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਅਸੀਂ ਬਾਲਣ ਲਈ ਵੱਧ ਤੋਂ ਵੱਧ ਲੱਕੜ ਦੀ ਵਰਤੋਂ ਕਰਦੇ ਹਾਂ, ਤਾਂ ਸਾਨੂੰ ਜਿਹੜੀ ਲੱਕੜ ਦੀ ਵਰਤੋਂ ਆ ਘਟਾਉਣੀ ਚਾਹੀਦੀ ਆ। ਦੂਜੇ ਸਾਧਨ ਜਿਵੇਂ ਗੈਸ ਹੋ ਗਿਆ, ਸੂਰਜੀ ਸ਼ਕਤੀ ਚੁੱਲ੍ਹੇ ਹੋ ਗਏ, ਗੋਬਰ ਗੈਸ ਆ, ਉਹਨਾਂ ਦੀ ਜਿਹੜੀ ਵਰਤੋਂ ਆ ਵਧਾਉਣੀ ਚਾਹੀਦੀ ਆ। ਮਕਾਨ ਉਸਾਰੀ ਵਿੱਚ ਵੀ ਲੱਕੜੀ ਦੇ ਬਦਲ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਅਰਥਾਤ ਮਕਾਨ ਉਸਾਰੀ ਵਿੱਚ ਘੱਟ ਤੋਂ ਘੱਟ ਲੱਕੜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਗੇ ਆਉਂਦੇ ਨੇ ਜੰਗਲੀ ਜੀਵ। ਜੰਗਲਾਂ ਦੇ ਵਿਕਾਸ ਦੇ ਨਾਲ ਜੰਗਲੀ ਜੀਵਾਂ ਦੀ ਗਿਣਤੀ ਵੀ ਕਾਫੀ ਘਟ ਗਈ ਹੈ। ਮਨੁੱਖ ਜੰਗਲ ਕੱਟਣ ਦੇ ਨਾਲ ਜੰਗਲੀ ਜੀਵਾਂ ਦਾ ਵੀ ਸ਼ਿਕਾਰ ਕਰਦਾ ਰਿਹਾ ਹੈ। ਹੁਣ ਜਿਵੇਂ ਜਿਵੇਂ ਅਸੀਂ ਜੰਗਲ ਕੱਟਦੇ ਜਾ ਰਹੇ ਹਾਂ, ਉਵੇਂ ਕੀ ਆ ਜਿਹੜੇ ਸਾਡੇ ਜੰਗਲੀ ਜੀਵ ਆ ਉਹਨਾਂ ਦੀ ਗਿਣਤੀ ਆ ਘਟਦੀ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ ਮਿਲਦੀ। ਹੁਣ ਮਨੁੱਖ ਕੀ ਆ, ਜਿਵੇਂ ਜਿਵੇਂ ਜੰਗਲ ਕੱਟਦਾ ਜਾ ਰਿਹਾ ਵਾ, ਉਸਦੇ ਨਾਲ ਉਹ ਕੀ ਆ, ਹੁਣ ਜੰਗਲੀ ਜੀਵਾਂ ਦਾ ਵੀ ਸ਼ਿਕਾਰ ਕਰਦਾ ਜਾ ਰਿਹਾ ਵਾ। ਮਾਸ, ਖੰਭਾਂ, ਖੱਲਾਂ ਦੀ ਪ੍ਰਾਪਤੀ ਲਈ ਮਨੁੱਖ ਅੰਨ੍ਹੇਵਾਹ ਸ਼ਿਕਾਰ ਕਰਦਾ ਜਾ ਰਿਹਾ ਹੈ। ਸਿੱਟੇ ਵਜੋਂ ਜੰਗਲੀ ਜੀਵਾਂ ਦੀਆਂ ਕਈ ਜਾਤੀਆਂ ਤਾਂ ਅਲੋਪ ਹੋ ਗਈਆਂ ਹਨ। ਕਈਆਂ ਦੀ ਗਿਣਤੀ ਇੰਨੀ ਥੋੜ੍ਹੀ ਹੋ ਗਈ ਹੈ ਕਿ ਉਹਨਾਂ ਦੇ ਅਲੋਪ ਹੋਣ ਦੀ ਸੰਭਾਵਨਾ ਹੋ ਗਈ ਹੈ। ਜਿਵੇਂ ਜਿਵੇਂ ਮਨੁੱਖ ਕੀ ਆ ਸ਼ਿਕਾਰ ਕਰਦਾ ਜਾ ਰਿਹਾ ਵਾ, ਸ਼ਿਕਾਰ ਉਹ ਅੰਨ੍ਹੇਵਾਹ ਕਰਦਾ ਜਾ ਰਿਹਾ ਵਾ ਕਿ ਸਾਡੇ ਤਾਂ ਕਈ ਜੰਗਲੀ ਜੀਵ ਆ ਜਿਨ੍ਹਾਂ ਬਾਰੇ ਸਾਨੂੰ ਤਾਂ ਪਤਾ ਹੀ ਨਹੀਂ, ਵੀ ਉਹਨਾਂ ਦੀ ਜਾਤੀਆਂ ਹੀ ਅਲੋਪ ਹੋ ਗਈਆਂ ਨੇ, ਪੂਰੇ ਦੇ ਪੂਰੇ ਖਤਮ ਹੋ ਗਏ ਨੇ। ਜਾਂ ਫਿਰ ਕਈ ਜੰਗਲੀ ਜੀਵ ਇੱਦਾਂ ਆ ਕਿ ਸਿਰਫ ਥੋੜ੍ਹੇ ਜਿਹੇ ਰਹਿ ਗਏ ਆ, ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀਆਂ ਜਾਤੀਆਂ ਵੀ ਅਲੋਪ ਹੋ ਜਾਣਗੀਆਂ। ਪ੍ਰਸਥਿਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਇਹਨਾਂ ਜੀਵਾਂ ਦੀ ਹੋਂਦ ਬਹੁਤ ਜ਼ਰੂਰੀ ਹੈ। ਮਨੁੱਖ ਨੇ ਜੰਗਲ ਸਾਫ਼ ਕਰਕੇ ਅਤੇ ਸ਼ਿਕਾਰ ਕਰਕੇ ਪ੍ਰਸਥਿਤੀ ਸੰਤੁਲਨ ਨੂੰ ਵਿਗਾੜ ਦਿੱਤਾ ਹੈ। ਕੁਦਰਤ ਨੇ ਜੀਵ ਮੰਡਲ ਦੀ ਰਚਨਾ ਇਸ ਪ੍ਰਕਾਰ ਕੀਤੀ ਹੈ, ਇੱਕ ਜੀਵ ਦੂਸਰੇ ਜੀਵ ਤੇ ਨਿਰਭਰ ਹੈ। ਛੋਟੇ ਜੀਵ ਵੱਡੇ ਜੀਵਾਂ ਦਾ ਭੋਜਨ ਹਨ। ਜਿਹੜਾ ਕੁਦਰਤ ਨੇ ਜੀਵ ਮੰਡਲ ਦੀ ਰਚਨਾ ਇਸ ਪ੍ਰਕਾਰ ਕੀਤੀ ਹੈ ਕਿ ਜਿਹੜੇ ਛੋਟੇ ਜਾਨਵਰ ਨੇ, ਠੀਕ ਆ, ਜਿਹੜੇ ਵੱਡੇ ਜਾਨਵਰ ਨੇ ਉਹ ਛੋਟੇ ਜਾਨਵਰਾਂ ਦੇ ਨਿਰਭਰ ਰਹਿੰਦੇ ਆ, ਯਾਨੀ ਉਹ ਆਪਣਾ ਖਾਣ ਪੀਣ ਦੇ ਲਈ ਕੀ ਆ, ਛੋਟੇ ਜਾਨਵਰਾਂ ਦਾ ਸ਼ਿਕਾਰ ਕਰਦੇ ਆ। ਮਾਸ ਖਾਣ ਵਾਲੇ ਜੀਵ ਘਾਹ ਖਾਣ ਵਾਲੇ ਜੀਵਾਂ ਤੇ ਨਿਰਭਰ ਰਹਿੰਦੇ ਹਨ। ਜਿਹੜੇ ਛੋਟੇ ਜਾਨਵਰ ਨੇ ਉਹ ਘਾਹ ਖਾ ਕੇ ਆਪਣਾ ਗੁਜ਼ਾਰਾ ਕਰਦੇ ਆ, ਪਰ ਜਿਹੜੇ ਵੱਡੇ ਜਾਨਵਰ ਆ ਉਹ ਛੋਟੇ ਜੀਵਾਂ ਨੂੰ ਮਾਰ ਕੇ ਆਪਣਾ ਗੁਜ਼ਾਰਾ ਕਰਦੇ ਆ। ਇਸ ਤਰ੍ਹਾਂ ਕਿਸੇ ਇੱਕ ਜੀਵ ਜਾਤੀ ਦੀ ਅਣਹੋਂਦ ਨਾਲ ਕੁਦਰਤੀ ਵਾਤਾਵਰਣ 'ਚ ਬੇਨਿਯਮੀ ਉਤਪੰਨ ਹੋ ਜਾਵੇਗੀ। ਜਰਾ ਸੋਚੋ, ਜੇ ਸ਼ੇਰਾਂ, ਚੀਤਿਆਂ ਆਦਿ ਵਰਗੇ ਮਾਸਾਹਾਰੀ ਜੀਵਾਂ ਦੀ ਗਿਣਤੀ ਵਧੇਰੇ ਹੋ ਜਾਵੇ ਅਤੇ ਘਾਹ ਖਾਣੇ ਵਾਲੇ ਜੀਵਾਂ ਦੀ ਗਿਣਤੀ ਘਟ ਜਾਵੇ ਤਾਂ ਕੀ ਸਿੱਟਾ ਹੋਵੇਗਾ। ਜੇ ਆਪਾਂ ਇਹ ਸੋਚੀਏ ਕਿ ਜਿਹੜੇ ਮਾਸ ਖਾਣ ਵਾਲੇ ਜੀਵ ਨੇ, ਜਿਵੇਂ ਸ਼ੇਰ ਤੇ ਚੀਤੇ ਆ, ਜੇ ਉਹ ਵੱਧ ਜਾਣ ਤੇ ਘਾਹ ਖਾਣ ਵਾਲੇ ਜੀਵ ਆ, ਜਿਹੜੇ ਛੋਟੇ ਛੋਟੇ ਜੀਵ ਆ, ਅਗਰ ਉਹ ਘਟ ਜਾਣ ਤਾਂ ਸਾਡਾ ਕੀ ਸਿੱਟਾ ਨਿਕਲੂਗਾ। ਪ੍ਰਸਥਿਤੀ ਸੰਤੁਲਨ ਵਿਗੜ ਜਾਵੇਗਾ। ਮਾਸਾਹਾਰੀ ਜੀਵ ਮਨੁੱਖਾਂ ਨੂੰ ਖਾਣ, ਉਲਟ ਸ਼ੇਰ ਚੀਤਿਆਂ ਦੀ ਗਿਣਤੀ ਘਟ ਜਾਵੇਗੀ। ਸਾਡੇ ਜਿਹੜਾ ਸੰਤੁਲਨ ਕੀ ਆ ਉਹ ਵਿਗੜ ਜੂਗਾ ਅਤੇ ਮਾਸਾਹਾਰੀ ਜੀਵ ਮਨੁੱਖਾਂ ਨੂੰ ਖਾਣਾ, ਉਲਟ ਸ਼ੇਰ ਚੀਤਿਆਂ ਦੀ ਗਿਣਤੀ ਘਟ ਜਾਵੇਗੀ ਤਾਂ ਘਾਹ ਖਾਣ ਵਾਲੇ ਜੀਵਾਂ ਦੀ ਗਿਣਤੀ ਵੱਧ ਜਾਵੇਗੀ। ਫਿਰ ਮਨੁੱਖ ਕੀ ਕਰਨਗੇ, ਜਿਹੜੇ ਮਾਸ ਖਾਣ ਵਾਲੇ ਜੀਵ ਨੇ, ਜਿਵੇਂ ਵੱਡੇ ਵੱਡੇ ਜਿਹੇ ਸ਼ੇਰ, ਚੀਤਿਆਂ, ਉਹਨਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾਣਾ ਸ਼ੁਰੂ ਕਰ ਦੇਣਗੇ। ਜਿਹੜੇ ਛੋਟੇ ਜੀਵ ਨੇ ਉਹਨਾਂ ਦੀ ਗਿਣਤੀ ਵੱਧ ਜੂਗੀ। ਸਿੱਟੇ ਵਜੋਂ ਉਹ ਧਰਤੀ ਦਾ ਸਾਰਾ ਘਾਹ ਖਾ ਜਾਣਗੇ, ਜਿਸ ਕਾਰਨ ਇਹ ਲਹਿ ਲਹਾਉਂਦੇ ਮੈਦਾਨ ਮਾਰੂਥਲ ਵਿੱਚ ਬਦਲ ਜਾਣਗੇ। ਹੁਣ ਕੀ ਆ, ਅਗਰ ਜਿਹੜੇ ਵੱਡੇ ਵੱਡੇ ਜੀਵ ਆ, ਮਾਸ ਖਾਣ ਵਾਲੇ ਜਿਹੜੇ ਜੀਵ ਨੇ, ਅਗਰ ਉਹਨਾਂ ਦੀ ਗਿਣਤੀ ਘਟੂਗੀ ਤੇ ਛੋਟੇ ਛੋਟੇ ਜੀਵਾਂ ਦੀ ਗਿਣਤੀ ਵੱਧ ਜੂਗੀ, ਤਾਂ ਜਿਹੜੇ ਛੋਟੇ ਛੋਟੇ ਜੀਵ ਨੇ ਉਹ ਕੀ ਆ, ਉਹ ਘਾਹ ਫੂਸ ਆ ਜਿਹੜਾ ਬਿਲਕੁਲ ਹੀ ਖਾ ਕੇ ਜਿਹੜੇ ਸਾਡੇ ਮੈਦਾਨ ਨੇ ਉਹਨਾਂ ਨੂੰ ਖਾਲੀ ਕਰ ਦੇਣਗੇ। ਮੈਦਾਨ ਮਾਰੂਥਲ ਵਿੱਚ ਬਦਲ ਜਾਣਗੇ, ਜਿਸ ਕਰਕੇ ਭੂ-ਖੁਰਨ ਵੀ ਜ਼ਿਆਦਾ ਹੋਊਗਾ ਤੇ ਸਾਡੇ ਜਿਹੜੇ ਲਹਿ ਲਹਾਉਂਦੇ ਖੇਤ ਨੇ ਉਹ ਬਿਲਕੁਲ ਹੀ
ਖਤਮ ਹੋ ਜਾਣਗੇ, ਕਿਉਂਕਿ ਉਹਨਾਂ ਨੂੰ ਜਿਹੜੇ ਛੋਟੇ ਛੋਟੇ ਜੀਵ ਨੇ ਉਹ ਖਾ ਜਾਣਗੇ। ਅਰਥਾਤ ਇਸ ਤਰ੍ਹਾਂ ਵੀ ਪ੍ਰਸਥਿਤੀ ਸੰਤੁਲਨ ਵਿਗੜ ਜਾਵੇਗਾ। ਇਸ ਲਈ ਪ੍ਰਸਥਿਤੀ ਸੰਤੁਲਨ ਨੂੰ ਬਣਾਈ ਰੱਖਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਆ। ਮਤਲਬ ਮਾਸ ਖਾਣ ਵਾਲੇ ਜੀਵ ਵੀ ਸਾਨੂੰ ਚਾਹੀਦੇ ਆ ਧਰਤੀ ਤੇ, ਤੇ ਛੋਟੇ ਛੋਟੇ ਜੀਵ ਵੀ ਸਾਨੂੰ ਧਰਤੀ ਦੇ ਉੱਤੇ ਚਾਹੀਦੇ ਨੇ। ਜੇ ਮਾਸ ਖਾਣ ਵਾਲੇ ਵੱਧ ਜਾਣ ਤਾਂ ਵੀ ਸਾਡੀ ਪ੍ਰਸਥਿਤੀ ਦਾ ਸੰਤੁਲਨ ਵਿਗੜੂਗਾ, ਜੇ ਛੋਟੇ ਜੀਵ ਵੱਧ ਜਾਣ ਤਾਂ ਵੀ ਸਾਡੀ ਪ੍ਰਸਥਿਤੀ ਦਾ ਸੰਤੁਲਨ ਵਿਗੜੇਗਾ। ਜੰਗਲੀ ਜੀਵ ਕਿਸੇ ਦੇਸ਼ ਦੀ ਸੰਪत्ति ਹਨ। ਇਸ ਕਰਕੇ ਬਹੁਤ ਸਾਰੇ ਦੇਸ਼ਾਂ ਵਿੱਚ ਸ਼ਿਕਾਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਰਤ ਵਿੱਚ ਵੀ ਸ਼ਿਕਾਰ ਕਰਨਾ ਇੱਕ ਜ਼ੁਲਮ ਹੈ ਅਤੇ ਸ਼ਿਕਾਰ ਕਰਨ ਵਾਲੇ ਵਿਅਕਤੀ ਸਜ਼ਾ ਦਾ ਭਾਗੀ ਬਣ ਸਕਦਾ ਹੈ। ਹੁਣ ਜੰਗਲੀ ਜੀਵ ਆ ਕਿਸੇ ਦੇਸ਼ ਦੀ ਸੰਪत्ति ਮੰਨੇ ਨੇ, ਪ੍ਰਾਪਰਟੀ ਬਣ ਜਾਂਦੇ ਨੇ, ਤੇ ਕਈ ਦੇਸ਼ਾਂ ਦੇ ਵਿੱਚ ਸ਼ਿਕਾਰ ਕਰਨ ਦੇ ਪਾਬੰਦੀ ਲਗਾਈ ਆ। ਭਾਰਤ ਵਿੱਚ ਵੀ ਸ਼ਿਕਾਰ ਕਰਨਾ ਇੱਕ ਜੁਰਮ ਆ, ਤੇ ਜਿਹੜਾ ਬੰਦਾ ਸ਼ਿਕਾਰ ਕਰੂਗਾ ਉਹਨੂੰ ਸਜ਼ਾ ਦਿੱਤੀ ਜਾਊਗੀ। ਇਹ ਅਨੁਭਵ ਕਰ ਲਿਆ ਗਿਆ ਹੈ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਜਿਵੇਂ ਪਹਿਲਾਂ ਕਈ ਜੀਵ ਜਾਤੀਆਂ ਅਲੋਪ ਹੋ ਗਈਆਂ ਹਨ, ਰਹਿੰਦੀਆਂ ਜਾਤੀਆਂ ਵੀ ਸਮਾਂ ਪਾ ਕੇ ਅਲੋਪ ਹੋ ਜਾਣਗੀਆਂ। ਇਹ ਤਾਂ ਕੀਤਾ ਗਿਆ ਵਾ ਕਿਉਂਕਿ ਜੰਗਲੀ ਜੀਵਾਂ ਦੀ ਸੁਰੱਖਿਆ ਸਾਡੇ ਲਈ ਬਹੁਤ ਜ਼ਰੂਰੀ ਹੈ। ਕਈ ਜਾਤੀਆਂ ਤਾਂ ਬਿਲਕੁਲ ਹੀ ਖਤਮ ਹੋ ਚੁੱਕੀਆਂ ਨੇ, ਤੇ ਕਈ ਜਾਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋ ਸਕਦੀਆਂ ਨੇ। ਨਕਸ਼ਾ ਨੰਬਰ 7.3 ਨੂੰ ਧਿਆਨ ਨਾਲ ਵੇਖੋ। ਜੀਵ ਜੰਤੂ ਨੂੰ ਸੂਚੀ ਬਣਾਓ ਜਿਨ੍ਹਾਂ ਦੇ ਅਲੋਪ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਇੱਥੇ ਆਹ ਨਕਸ਼ਾ ਬਣਾ ਕੇ ਦਿੱਤਾ ਹੋਇਆ, ਜਿਹਦੇ ਵਿੱਚ ਜੀਵ ਜੰਤੂਆਂ ਦੀ ਜਿਹੜੀ ਪ੍ਰਸਥਿਤੀ ਦੱਸੀ ਹੋਈ ਆ ਕਿ ਕਿਹੜੇ ਕਿਹੜੇ ਜੀਵ ਜੰਤੂ ਕਿਹੜੇ ਕਿਹੜੇ ਦੇਸ਼ ਦੇ ਵਿੱਚ ਪਾਏ ਜਾਂਦੇ ਆ, ਤੇ ਕਿੱਥੇ ਕਿੱਥੇ ਕਿੰਨੀ ਕੁ ਜਾਤੀ ਰਹਿ ਗਈ ਤੇ ਕਿੰਨੇ ਅਲੋਪ ਹੋ ਗਏ। ਸਾਡੇ ਦੇਸ਼ ਵਿੱਚ ਗੈਂਡਾ, ਚੀਤਾ, ਸ਼ੇਰ ਆਦਿ ਜਾਨਵਰਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਸੰਯੁਕਤ ਰਾਜ ਅਮਰੀਕਾ, ਭਾਰਤ ਅਤੇ ਕਈ ਹੋਰ ਦੇਸ਼ਾਂ ਵਿੱਚ ਰਾਸ਼ਟਰੀ ਪਾਰਕ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜੰਗਲੀ ਜੀਵਾਂ ਨੂੰ ਸੁਰੱਖਿਅਤ ਰੱਖਣ ਲਈ ਕੁਦਰਤੀ ਵਾਤਾਵਰਣ ਪ੍ਰਦਾਨ ਕੀਤਾ ਗਿਆ ਹੈ। ਭਾਰਤ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲਗਭਗ 20 ਰਾਸ਼ਟਰੀ ਪਾਰਕ ਹਨ। ਕਾਰਬੇਟ, ਸ਼ਿਵਪੁਰੀ, ਕਨੇਰੀ, ਰਾਜਦੇਵਗਾ, ਗੀਰ ਆਦਿ ਰਾਸ਼ਟਰੀ ਪਾਰਕ ਹਨ। ਇਹਨਾਂ ਤੋਂ ਇਲਾਵਾ ਜੀਵਾਂ ਅਤੇ ਪੰਛੀਆਂ ਵਾਸਤੇ ਵੱਖਰੇ ਵੱਖਰੇ ਰਾਖਵੇਂ ਕੇਂਦਰ ਹਨ। ਪੰਜਾਬ ਵਿੱਚ ਛੱਤਬੀੜ ਅਜਿਹਾ ਇੱਕ ਕੇਂਦਰ ਹੈ ਕਿ ਕੀ ਤੁਸੀਂ ਇਹ ਸਥਾਨ ਵੇਖਿਆ ਹੈ? ਅਫਰੀਕਾ ਦਾ ਸਵਾਨਾ ਘਾਹ ਖੇਤਰ ਪਰਦੇਸ਼ੀ ਜੰਗਲ ਜੀਵਾਂ ਦਾ ਵਿਸ਼ਾਲ ਘਰ ਹੈ। ਸੰਸਾਰ ਦੇ ਦੂਰ ਦੁਰਾਡੇ ਦੇਸ਼ਾਂ ਤੋਂ ਯਾਤਰੀ ਇਹਨਾਂ ਜਾਨਵਰਾਂ ਨੂੰ ਵੇਖਣ ਆਉਂਦੇ ਹਨ। ਇਸ ਖੇਤਰ ਵਿੱਚ ਜ਼ੈਬਰਾ, ਜਿਰਾਫ, ਬਾਰਾਸਿੰਗਾ, ਹਿਰਨ, ਸ਼ੇਰ, ਬੱਬਰ ਸ਼ੇਰ, ਚੀਤਾ, ਬਾਘ, ਹਾਥੀ, ਜੰਗਲੀ ਮੱਝਾਂ, ਗੈਂਡੇ ਅਤੇ ਅਨੇਕ ਪ੍ਰਕਾਰ ਦੇ ਹੋਰ ਜਾਨਵਰ ਅਤੇ ਕੀੜੇ ਮਕੌੜੇ ਵੀ ਹੁੰਦੇ ਹਨ।